ਕਿ ਇੱਕ ਸਾਵਰਨ ਸਟੇਟ ਪਾਵਰ ਦਾ ਸਿੰਬਲ ਦੂਸਰੀ ਸਾਵਰਨ ਸਟੇਟ ਦੀ ਸਿਕਿਉਰਿਟੀ ਥੱਲੇ ਫੰਕਸ਼ਨ ਕਰੇਗਾ। ਜਥੇਦਾਰ ਅਕਾਲ ਤਖਤ ਜਾਂ ਫਾਰ ਦੈਟ ਮੈਟਰ ਕੋਈ ਵੀ ਹੋਰ ਜਥੇਦਾਰ ਕਿਸੇ ਹੋਰ ਤਖਤ ਦਾ ਉਹ ਕੋਰਟ ਵਿੱਚ ਪੇਸ਼ ਨਹੀਂ ਹੋਏਗਾ। ਜੇ ਕੋਰਟ ਵਿੱਚ ਪੇਸ਼ ਨਹੀਂ ਹੋਏਗਾ ਤੇ ਉਹ ਜਿਹੜਾ ਜਥੇਦਾਰ ਹੈ ਉਹ ਸਟੇਟ ਦੀ ਕਿਸੇ ਹੋਰ ਸਟੇਟ ਦੀ ਸਿਕਿਉਰਿਟੀ ਕਿਉਂ ਲੈ ਰਿਹਾ? ਇਸੇ ਕਰਕੇ ਇਹਨਾਂ ਨੂੰ ਸਿਕਿਉਰਿਟੀ ਲੈਣ ਦੀ ਲੋੜ ਪੈ ਗਈ। ਜੇ ਪੁੱਛ ਕੇ ਫੈਸਲੇ ਨਾ ਕਰਦੇ, ਇੰਡੀਪੈਂਡੈਂਟ ਕਰਦੇ, ਆਪਣੇ ਰੋਲ ਇਹਨਾਂ ਦੇ ਇੰਡੀਪੈਂਡੈਂਟ ਹੁੰਦੇ ਤੇ ਇਹਨਾਂ ਨੂੰ ਤਾਂ ਸਿੱਖਾਂ ਨੂੰ ਡਰਨ ਦੀ ਲੋੜ ਨਹੀਂ ਸੀ। ਹੁਣ ਸਿੱਖਾਂ ਤੋਂ ਕਿਉਂ ਡਰਦੇ? ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਵੀ ਮੰਗ ਰੱਖਤੀ ਤੇ ਨਾਲ ਦੀ ਨਾਲ ਸਰਦਾਰਾ ਸਿੰਘ ਜੌਹਲ ਨੇ ਵੀ ਰੱਖਤੀ ਕਿ ਸਰਬਸੰਮਤੀ ਦੇ ਨਾਲ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਜਿਹੜੇ ਬਲਕੌਰ ਸਿੰਘ ਸਿੱਧੂ ਨੇ ਉਹਨਾਂ ਨੂੰ ਲੋਕ ਸਭਾ ਵਾਸਤੇ ਉਤਾਰ ਦੇਣਾ ਚਾਹੀਦਾ। ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਸਿਕਿਉਰਿਟੀ ਦੇ ਮਸਲੇ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਆਮਨੇ ਸਾਹਮਣੇ ਆ ਚੁੱਕੀਆਂ ਨੇ। ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਕਿਉਰਿਟੀ ਨੂੰ ਲੈ ਕੇ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਿਕਿਉਰਿਟੀ ਪੰਜਾਬ ਸਰਕਾਰ ਪਹਿਲਾਂ ਵਾਪਸ ਲੈਂਦੀ ਆ, ਫਿਰ ਬਹਾਲ ਕਰ ਦਿੰਦੀ ਆ, ਫਿਰ ਉਹ ਕਹਿੰਦੇ ਮੈਨੂੰ ਲੋੜ ਨਹੀਂ, ਪੰਥ ਮੇਰੇ ਨਾਲ ਨਹੀਂ। ਤੇ ਹੁਣ ਸੈਂਟਰ ਸਰਕਾਰ ਨੇ ਉਹਨਾਂ ਨੂੰ ਜ਼ੈਡ ਕੈਟਾਗਰੀ ਦੀ ਸਿਕਿਉਰਿਟੀ ਦੇਣ ਦਾ ਫੈਸਲਾ ਕਰ ਲਿਆ। ਫਿਲਹਾਲ ਜਥੇਦਾਰ ਸਾਹਿਬ ਉਹਨਾਂ ਦੇ ਕੋਈ ਬਿਆਨ ਨਹੀਂ ਆਇਆ ਕਿ ਉਹ ਸਿਕਿਉਰਿਟੀ ਨੂੰ ਐਕਸੈਪਟ ਕਰਨਗੇ ਜਾਂ ਨਹੀਂ। ਤੇ ਇਸ ਮਸਲੇ ਤੇ ਅਸੀਂ ਗੱਲਬਾਤ ਕਰਾਂਗੇ। ਬਹੁਤ ਹੀ ਸੀਨੀਅਰ ਪੱਤਰਕਾਰ, ਸਿੱਖ ਮਸਲਿਆਂ ਦੇ ਜਾਣਕਾਰ ਤੇ ਲੇਖਕ ਸਰਦਾਰ ਜਗਤਾਰ ਸਿੰਘ ਹੋਣੀ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਭੁੱਲਰ ਸਾਹਿਬ। ਭਾਈ ਕੀ ਲੱਗਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਹੁਣ ਸਿਕਿਉਰਿਟੀਆਂ ਦੇ ਚੱਕਰ 'ਚ ਕੋਈ ਆਪਣੇ ਪਾਲੇ ਵੱਲ ਖਿੱਚਣ ਦੀ ਗੱਲ ਕਰ ਰਹੇ ਨੇ, ਕੋਈ ਆਪਣੇ ਪਾਲੇ 'ਚ ਖਿੱਚਣ ਦੀ ਗੱਲ ਕਰ ਰਹੇ ਨੇ? ਨਹੀਂ, ਇਹ ਇਸ਼ੂ ਤਾਂ ਸਿਧਾਂਤਕ ਹੈ ਜੀ। ਸਿਆਸਤ ਬਾਅਦ ਦੇ ਵਿੱਚ ਆਉਂਦੀ ਹੈ ਜੀ। ਤੇ ਇਹ ਸਿਧਾਂਤ ਦਾ ਫੈਸਲਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਕਰਨਾ ਚਾਹੀਦਾ ਹੈ। ਜੀ। ਵੀ ਅਕਾਲ ਤਖਤ ਹੈ ਕੀ, ਕਿਸ ਚੀਜ਼ ਦਾ ਸਿੰਬਲ ਹੈ? ਕੀ ਇਹ ਗੁਰਦੁਆਰਾ ਹੈ ਜਾਂ ਸਿਧਾਂਤ ਦਾ ਸਿੰਬਲ ਹੈ ਕਿਸੇ ਦਾ? ਕੀ ਹੈ? ਜੀ। ਦਰਬਾਰ ਸਾਹਿਬ ਦੇ ਸਾਹਮਣੇ ਇੱਕ ਹੋਰ ਧਾਰਮਿਕ ਸਥਾਨ ਬਣਾਉਣ ਦੀ ਤਾਂ ਗੁਰੂਆਂ ਨੂੰ ਕੋਈ ਲੋੜ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਕ੍ਰੀਏਟ ਕੀਤਾ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਇੱਕ ਗੁਰਦੁਆਰਾ ਕ੍ਰੀਏਟ ਕਰਦੇ ਤੇ ਕੋਈ ਲੋੜ ਨਹੀਂ ਸੀਗੀ। ਇਹਦਾ ਤਖਤ ਸੀ। ਜੀ। ਤਖਤ ਸਟੇਟ ਪਾਵਰ ਹੈ ਜੀ। ਕਿ ਇੱਕ ਸਾਵਰਨ ਸਟੇਟ ਪਾਵਰ ਦਾ ਸਿੰਬਲ ਦੂਸਰੀ ਸਾਵਰਨ ਸਟੇਟ ਦੀ ਸਿਕਿਉਰਿਟੀ ਥੱਲੇ ਫੰਕਸ਼ਨ ਕਰੇਗਾ। ਇਹ ਬੇਸਿਕ ਇਸ਼ੂ ਹੈ। ਮਤਲਬ ਜਿਹੜੇ ਤਖਤ ਹੈ ਅਕਾਲ ਤਖਤ ਸਾਹਿਬ ਉਹ ਪੰਜਾਬ ਤਖਤ ਮਤਲਬ ਪੰਜਾਬ ਸਰਕਾਰ, ਦਿੱਲੀ ਤਖਤ ਮਤਲਬ ਦਿੱਲੀ ਸਰਕਾਰ। ਬਿਲਕੁਲ ਨਹੀਂ। ਉਹਦੇ ਦੇਖੋ ਮੈਂ ਕੌਣ, ਅਕਾਲ ਤਖਤ ਤੱਕ ਉੱਪਰ ਹੈ। ਨਹੀਂ, ਮੈਂ ਕਹਿਣ ਵਾਲਾ ਕੌਣ ਹੁੰਦਾ ਜੀ? ਗੁਰੂਆਂ ਨੇ ਕ੍ਰੀਏਟ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਕ੍ਰੀਏਟ ਕੀਤਾ ਐਸ ਸਟੇਟ ਸਿੰਬਲ, ਸਟੇਟ ਪਾਵਰ ਦਾ ਸਿੰਬਲ, ਸਿੱਖਾਂ ਦੀ ਸੋਵਰਨਿਟੀ ਦਾ ਸਿੰਬਲ ਹੈ ਜੀ। ਇਹ ਜਥੇਦਾਰ ਉਸ ਅਕਾਲ ਤਖਤ ਦੇ ਚੀਫ ਹੈ ਜਿਹੜਾ ਸੋਵਰਨਿਟੀ ਦਾ ਸਿੰਬਲ ਹੈ ਜੀ। ਨਾਲ ਅਸੀਂ ਇਹ ਕਹਿੰਦੇ ਆ ਕਿ ਜਥੇਦਾਰ ਅਕਾਲ ਤਖਤ ਜਾਂ ਫਾਰ ਦੈਟ ਮੈਟਰ ਕੋਈ ਵੀ ਹੋਰ ਜਥੇਦਾਰ ਕਿਸੇ ਹੋਰ ਤਖਤ ਦਾ ਉਹ ਕੋਰਟ ਵਿੱਚ ਪੇਸ਼ ਨਹੀਂ ਹੋਏਗਾ। ਜੀ। ਜੇ ਕੋਰਟ ਵਿੱਚ ਪੇਸ਼ ਨਹੀਂ ਹੋਏਗਾ ਤੇ ਉਹ ਜਿਹੜਾ ਜਥੇਦਾਰ ਹੈ ਉਹ ਸਟੇਟ ਦੀ ਕਿਸੇ ਹੋਰ ਸਟੇਟ ਦੀ ਸਿਕਿਉਰਿਟੀ ਕਿਉਂ ਲੈ ਰਿਹਾ? ਜੀ। ਇਹ ਸਿਧਾਂਤਕ ਇਸ਼ੂ ਹੈ। ਤਾਂ ਮੈਂ ਕਿਹਾ ਵੀ ਇਹ ਪਹਿਲਾ ਇਸ਼ੂ ਸਿਧਾਂਤ ਦਾ ਹੈ। ਜਥੇਦਾਰ ਜੀ ਇਸ ਤੇ ਫੈਸਲਾ ਲੈਣ ਆਪਣਾ, ਸਿੱਖਾਂ ਦੀ ਮੀਟਿੰਗ ਬੁਲਾਉਣ ਕਿ ਅਕਾਲ ਤਖਤ ਨੂੰ ਹੁਣ ਦਾ ਇਹ ਸਿੱਖਾਂ ਜਦੋਂ ਗੁਰੂ ਸਾਹਿਬ ਨੇ ਕ੍ਰੀਏਟ ਕੀਤਾ ਇਹ ਕੀ ਸੀ, ਅੱਜ ਦੇ ਸੰਦਰਭ ਦੇ ਵਿੱਚ ਇਹਦਾ ਕੀ ਰੋਲ ਹੈ? ਤੇ ਤੁਹਾਨੂੰ ਲੱਗਦਾ ਨਹੀਂ ਉਹਨਾਂ ਜਥੇਦਾਰ ਸਾਹਿਬ ਫਸ ਗਏ ਨੇ? ਜੇ ਸੈਂਟਰ ਦੀ ਸਿਕਿਉਰਿਟੀ ਲੈਂਦੇ ਨੇ ਤੇ ਫਿਰ ਲੋਕੀ ਗੱਲਾਂ ਕਰਨਗੇ ਕਿ ਬੀਜੇਪੀ ਦੇ ਨਾਲ ਅੱਖ ਨਾਲ ਅੱਖ ਮਿਲ ਗਈ। ਨਹੀਂ, ਸਿਕਿਉਰਿਟੀ ਦੀ ਲੋੜ ਕੀ ਹੈ ਇਹਨਾਂ ਨੂੰ? ਤੇ ਫਿਰ ਸਰਕਾਰਾਂ ਨੂੰ ਦੇਣ ਦੀ ਕੀ ਲੋੜ ਜੀ? ਨਹੀਂ, ਮੈਂ ਹੁਣ ਬੇਸਿਕ ਤੇ ਆਉਣਾ ਨਾ। ਮੈਂ ਤਾਂ 79 ਮਾਰਚ ਦੇ ਵਿੱਚ ਮੇਰੀ ਪੋਸਟਿੰਗ ਅੰਮ੍ਰਿਤਸਰ 'ਚ ਹੋਈ ਸੀ, ਇੰਡੀਅਨ ਐਕਸਪ੍ਰੈਸ ਦੇ ਵਿੱਚ। ਜੀ। ਜੀ। ਮੈਂ ਇਹਨਾਂ ਮਸਲਿਆਂ ਨੂੰ ਤੇ ਇਹਨਾਂ ਲੋਕਾਂ ਨੂੰ ਉਦੋਂ ਦਾ ਦੇਖਦਾ ਆ ਰਿਹਾ। ਜੀ। 84 ਦੇ ਵਿੱਚ ਜਰਨੈਲ ਸਿੰਘ ਅਕਾਲ ਤਖਤ ਤੇ ਸ਼ਿਫਟ ਕਰ ਗਏ ਸੀਗੇ। ਜੀ। ਉਦੋਂ ਤਾਂ ਜਥੇਦਾਰ ਅਕਾਲ ਤਖਤ ਕੋਲ ਕੋਈ ਸਿਕਿਉਰਿਟੀ ਨਹੀਂ ਸੀ ਹੁੰਦੀ।
ਜੀ ਉਸ ਤੋਂ ਬਾਅਦ 85 ਚ ਇਹ ਆਪਣੇ ਰੈਡੀਕਲਸ ਵਾਪਸ ਫਿਰ ਆ ਗਏ ਖਾੜਕੂ, ਤੇ ਉਸ ਤੋਂ ਬਾਅਦ ਵੀ ਜਥੇਦਾਰ ਅਕਾਲ ਤਖਤ ਕੋਲੇ ਕੋਈ ਸਿਕਿਉਰਿਟੀ ਨਹੀਂ ਸੀ ਹੁੰਦੀ। ਇਹਨਾਂ ਨੂੰ ਡਰ ਕਿਹੜੀ ਗੱਲ ਦਾ ਹੈ? ਜੀ ਸਿੱਖਾਂ ਨੂੰ ਡਰਦੇ ਆ। ਆਮ ਲੋਕਾਂ ਦੇ ਵਿੱਚ ਤਾਂ ਇਹਨਾਂ ਨੇ ਜਾਣਾ ਨਹੀਂ, ਤੇ ਜੇ ਸਿੱਖਾਂ ਦੇ ਵਿੱਚ ਜਾਣ ਤੋਂ ਡਰਦੇ ਹੈ ਤੇ ਫਿਰ ਇਹਨਾਂ ਨੂੰ ਆਪਣੀ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਚਾਹੀਦਾ। ਐਸਜੀਪੀਸੀ ਇਹਨਾਂ ਦੇ ਸਿਕਿਉਰਿਟੀ ਦਾ ਇੰਤਜ਼ਾਮ ਕਰੇ। ਐਸਜੀਪੀਸੀ ਕੋਲੇ ਟਾਸਕ ਫੋਰਸ ਹੈ ਜਿਹਦੇ ਚ ਐਕਸ ਆਰਮੀ ਵਾਲੇ ਲੋਕ ਹੈਗੇ ਹੈ, ਉਹ ਸਿਕਿਉਰਿਟੀ ਪ੍ਰੋਵਾਈਡ ਕਰਨੇ ਇਹਨਾਂ ਨੂੰ। ਹਥਿਆਰ ਸਰਕਾਰ ਚਲੋ ਹਥਿਆਰ ਲੈ ਲਓ ਸਰਕਾਰ ਦੇ, ਕੋਈ ਗੱਲ ਨਹੀਂ, ਪਹਿਲਾਂ ਵੀ ਐਸਜੀਪੀਸੀ ਹਥਿਆਰ ਲੈਂਦੀ ਰਹੀ ਹੈ। ਹਾਂਜੀ, ਤੇ ਇਹ ਡਰਨ ਦੀ ਕਿਹੜੀ ਗੱਲ ਹੈ ਇਹਨਾਂ ਨੂੰ? ਜਥੇਦਾਰ ਤਾਂ ਜਥੇਦਾਰ ਹੁੰਦਾ, ਜਥੇਦਾਰ ਕੋਈ ਗ੍ਰੰਥੀ ਨਹੀਂ ਹੁੰਦਾ, ਜਥੇਦਾਰ ਤਾਂ ਚੀਫ ਲੱਗਦਾ ਹੁੰਦਾ। ਤਾਂ ਲੱਗਦਾ ਕਿ ਸਰਕਾਰਾਂ ਨੇ ਸਿਕਿਉਰਿਟੀ ਨੂੰ ਸਟੇਟਸ ਸਿੰਬਲ ਬਣਾਤਾ ਜੀ ਇਹਨਾਂ ਧਾਰਮਿਕ ਆਗੂਆਂ ਨੂੰ ਲੈ ਕੇ ਜੀ। ਨਹੀਂ, ਇਹ ਸਟੇਟਸ ਸਿੰਬਲ ਤਾਂ ਬੜੇ ਸਾਲ ਪਹਿਲਾਂ ਬਣ ਗਿਆ ਸੀਗਾ। ਜੀ ਪੰਜਾਬ ਵਿੱਚ ਵੀਆਈਪੀ ਕਲਚਰ ਦਾ ਆਉਣਾ ਹੈ ਜਿਹੜਾ, ਮੇਰੇ ਖਿਆਲ ਦੇ ਵਿੱਚ ਪੋਲੀਟੀਸ਼ੀਅਨ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਸਿਕਿਉਰਿਟੀ ਬਾਦਲ ਸਾਹਿਬ ਕੋਲੇ ਸੀਗੀ। ਐਕਸੀਏ ਬਰਨਾਲਾ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ, ਇਹਨਾਂ ਲੋਕਾਂ ਕੋਲ। ਸੋ ਇਹ ਸਿੰਬਲ ਹੌਲੀ ਹੌਲੀ ਬਣ ਗਿਆ। ਜਦੋਂ 92 ਦੀ ਸਰਕਾਰ ਆਈ, ਭਾਈ ਘਾਟ ਵਾਲੀ ਕਾਂਗਰਸ ਦੇ ਐਮਐਲਏ ਜਿੱਤ ਕੇ ਆਏ, ਉਹ ਮਾਹੌਲ ਐਸਾ ਸੀ, ਉਹਨਾਂ ਸਾਰਿਆਂ ਨੂੰ ਸਰਕਾਰ ਨੇ ਜਿਪਸੀਆਂ ਦੇਤੀਆਂ, ਗੱਡੀਆਂ ਸਿਕਿਉਰਿਟੀ ਦੀਆਂ, ਨਾਲ ਸਿਪਾਹੀ ਦੇ ਗੱਡੀਆਂ ਦੇਤੀਆਂ। ਜਿਹੜੇ ਹੁਣੇ ਲਈ ਫਿਰਦੇ ਗੱਡੀਆਂ, ਇਹ ਬੇਸਿਕਲੀ ਤਾਂ ਸਿਕਿਉਰਿਟੀ ਦੀਆਂ ਹੈ। ਇਹ ਸੋਚਦੇ ਸਾਡੀ ਪ੍ਰਿਵਿਲੇਜ ਹੈ। ਉਸ ਤੋਂ ਬਾਅਦ ਇਹ ਹੋਇਆ ਆਪਣੇ 92 ਦੇ ਵਿੱਚ ਵੀ ਜਿੰਨਾ ਕੋਈ ਕਾਂਗਰਸੀ ਲੀਡਰ ਸੀ ਥੱਲੇ, ਸਾਰਿਆਂ ਨੂੰ ਸਿਕਿਉਰਿਟੀ ਦੇਤੀ ਵੀ ਕਿਉਂਕਿ ਇਹ ਅੱਤਵਾਦ ਦੀ ਲੜਾਈ ਲੜ ਰਹੇ ਹੈ, ਇਹਨਾਂ ਨੂੰ ਸਾਰਿਆਂ ਨੂੰ ਸਿਕਿਉਰਿਟੀ ਦਿਓ। ਉਹ ਇੱਕ ਪਰਮਾਨੈਂਟ ਫੀਚਰ ਬਣ ਗਿਆ ਪੰਜਾਬ ਦੀ ਸਿਆਸਤ ਦਾ, ਜਿਹਨੂੰ ਵੀਆਈਪੀ ਕਲਚਰ ਕਿਹਾ ਗਿਆ। ਜੇ ਡੀਸੀ ਸਾਹਿਬ ਜਾ ਰਹੇ ਹੈ ਤੇ ਅੱਗੇ ਪਿੱਛੇ ਜਿਪਸੀਆਂ ਜਾ ਰਹੀਆਂ। ਮੈਨੂੰ ਯਾਦ ਹੈ ਸਿਮਰਨਜੀਤ ਸਿੰਘ ਮਾਨ ਕਿਆ ਕਰਦੇ ਸੀਗੇ ਬਈ, ਆ ਜਦੋਂ ਗੱਡੀਆਂ ਜਾਂਦੀਆਂ ਨਾ, ਆ ਹੂਟਰ ਮਾਰਦੀਆਂ, ਹੂਟਰ ਵੀ ਉਦੋਂ ਵੱਜਣ ਲੱਗੇ ਸੀਗੇ। ਜੀ ਮੁਰਗੇ ਨੇ ਡਰਦੇ ਮਾਰੇ ਨੇ ਅੰਡੇ ਦੇਣੇ ਬੰਦ ਕਰਤੇ। ਮਾਨ ਸਾਹਿਬ ਦੀ ਸਟੇਟਮੈਂਟ ਹੈ। ਅੱਛਾ ਜੀ। ਪਰ ਹੁਣ ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਨੂੰ ਸੋਚਣ ਦਾ ਟਾਈਮ ਜ਼ਿਆਦਾ ਲੈ ਲਿਆ ਉਹਨਾਂ ਨੇ? ਸੈਂਟਰ ਨੇ ਤੇ ਆਫਰ ਦੇ ਦਿੱਤੀ ਕਿ ਅਸੀਂ ਤੁਹਾਨੂੰ ਜ਼ੈਡ ਕੈਟਾਗਰੀ ਦੀ ਸਿਕਿਉਰਿਟੀ ਦੇਵਾਂਗੇ, ਹਜੇ ਉਹਨਾਂ ਨਾਲੋਂ ਕੋਈ ਹਾਂ ਜਾਂ ਨਾ ਨਹੀਂ ਆਈ। ਸੋਚ ਰਹੇ ਨੇ ਕਿ ਜਾਂ ਕਿਸੇ ਕੋਲੋਂ ਪੁੱਛ ਰਹੇ ਨੇ ਜੀ? ਨਹੀਂ, ਇਹ ਤਾਂ ਮੈਂ ਜਵਾਬ ਉਹਨਾਂ ਦੇ ਬਿਹਾਫ ਤੇ ਨਹੀਂ ਦੇ ਸਕਦਾ ਵੀ ਸੋਚ ਰਹੇ ਹੈ ਜਾਂ ਪੁੱਛ ਰਹੇ ਹੈ। ਮੈਂ ਤਾਂ ਸਿਧਾਂਤ ਦੀ ਨਹੀਂ ਦੇਖੋ, ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਜਿਸ ਢੰਗ ਨਾਲ ਜਥੇਦਾਰ ਦੀ ਫੰਕਸ਼ਨਿੰਗ ਹੈ, ਮੈਨੂੰ ਜਥੇਦਾਰ ਸਾਹਿਬ ਮੈਂ ਨਹੀਂ ਕਹਿ ਰਿਹਾ ਇਹਨਾਂ ਨੂੰ ਜਾਣ ਕੇ, ਇਹਨਾਂ ਦੀ ਜਿਹੜੀ ਫੰਕਸ਼ਨਿੰਗ ਹੈਗੀ ਹੈ ਉਹ ਤਾਂ ਪੁੱਛ ਕੇ ਫੈਸਲੇ ਲੈਣ ਦੀ ਹੈ, ਆਪਣੇ ਆਪ ਤੇ ਲੈਣ ਦੀ ਹੈ ਨਹੀਂ। ਉਹ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਕਿਸੇ ਨੂੰ ਪੁੱਛ ਕੇ, ਮੈਂ ਉਹਦਾ ਜਵਾਬ ਦੇ ਰਿਹਾ। ਇੱਕ ਜਨਰਲ ਸਾਰਿਆਂ ਨੂੰ ਪਤਾ ਹੈ ਵੀ ਕਿਹਦੋਂ ਪੁੱਛਦੇ ਸੀ, ਕਿਹਦੋਂ ਪੁੱਛ ਕੇ ਫੈਸਲੇ ਲੈਂਦੇ ਹੈ, ਤੇ ਇਸੇ ਕਰਕੇ ਇਹਨਾਂ ਨੂੰ ਸਿਕਿਉਰਿਟੀ ਲੈਣ ਦੀ ਲੋੜ ਪੈ ਗਈ। ਜੇ ਪੁੱਛ ਕੇ ਫੈਸਲੇ ਨਾ ਕਰਦੇ, ਇੰਡੀਪੈਂਡੈਂਟ ਕਰਦੇ ਆਪਣੇ ਰੋਲ, ਇਹਨਾਂ ਦੇ ਇੰਡੀਪੈਂਡੈਂਟ ਹੁੰਦੇ, ਤੇ ਇਹਨਾਂ ਨੂੰ ਤਾਂ ਸਿੱਖਾਂ ਤੋਂ ਡਰਨ ਦੀ ਲੋੜ ਨਹੀਂ ਸੀ। ਹੁਣ ਸਿੱਖਾਂ ਤੋਂ ਕਿਉਂ ਡਰਦੇ ਆ? ਸਿਕਿਉਰਿਟੀ ਦਾ ਮਤਲਬ ਇਹ ਹੈ ਕਿ ਸਿੱਖਾਂ ਤੋਂ ਡਰ ਰਹੇ ਆ। ਕਿਉਂ ਕਹਿ ਰਹੇ ਨੇ ਕਿ ਜਦੋਂ ਡੇਰਾ ਸੱਚਾ ਸੌਦਾ ਦੇ ਬਲਾਤਕਾਰੀ ਬਾਬੇ ਨੂੰ ਮਾਫੀਨਾਮਾ ਦਿੱਤਾ ਹੀ, ਜਥੇਦਾਰ ਤਲਬ ਕੀਤੇ ਗਏ ਸਰਕਾਰੀ ਕੋਠੀ 'ਚ, ਫਿਰ ਸੈਂਟਰ ਦੀਆਂ ਰਿਪੋਰਟਾਂ ਹੈ ਕਿ ਤੁਹਾਡੇ ਅਕਾਲ ਤਖਤ ਜਥੇਦਾਰ ਸਮੇਤ ਬਾਕੀ ਵੀ ਬੜੇ ਅੰਡਰ ਥ੍ਰੈਟ ਨੇ, ਉਦੋਂ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ। ਫਿਰ ਨਾਲ ਲੱਗਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਗੱਡੀਆਂ ਤੇ ਵੀ ਲਾਲ ਬੱਤੀਆਂ ਲੱਗੀਆਂ ਜੀ। ਉਹ ਕਲਚਰ ਨੂੰ ਅਡਾਪਟ ਕੀਤਾ ਜੀ। ਬਾਦਲ ਸਾਹਿਬ ਨੇ ਇਹਨਾਂ ਦੀ ਗੱਡੀ ਤੇ ਲਾਲ ਬੱਤੀ ਉਦੋਂ ਲਾਈ ਸੀ ਜਦੋਂ ਉਹਨਾਂ ਦਾ ਗੁਰਚਰਨ ਸਿੰਘ ਟੌਹੜਾ ਨਾਲ ਝਗੜਾ ਹੋਇਆ ਸੀ ਤੇ ਪਾਰਟੀ 'ਚ ਸਪਲਿਟ ਆਈ ਸੀ। 1999 ਤੋਂ ਬਾਅਦ ਜਿਹੜੀ ਸਿੱਖ ਸੰਸਥਾਵਾਂ ਦੀ ਗਿਰਾਵਟ ਹੈ, ਉਹਦਾ ਕੱਟ ਆਫ ਈਅਰ 1999 ਹੈ। ਜਦੋਂ ਟੌਹੜਾ ਸਾਹਿਬ ਨੂੰ ਸਹਿ ਕੀਤਾ ਗਿਆ ਤੇ ਨਾਲ ਆਪਣੇ ਭਾਈ ਰਣਜੀਤ ਸਿੰਘ ਨੂੰ ਸਹਿ ਕੀਤਾ ਗਿਆ ਜਥੇਦਾਰ ਅਕਾਲ ਤਖਤ ਨੂੰ, ਉਸ ਤੋਂ ਬਾਅਦ ਇਹਨਾਂ ਤਖਤਾਂ ਤੇ ਕਬਜ਼ਾ ਹੋ ਗਿਆ। ਪਰਿਵਾਰ ਦਾ ਹੀ ਕਹਿ ਲਓ, ਮੈਂ ਪਾਰਟੀ ਦਾ ਨਹੀਂ ਕਹੂੰਗਾ, ਕਿਉਂਕਿ ਉਸ ਪਾਰਟੀ ਕੋਲ ਹੀ, ਉਸ ਪਰਿਵਾਰ ਕੋਲ ਹੀ ਪਾਰਟੀ ਰਹੀ, ਉਹੀ ਸੱਤਾ 'ਚ ਆਉਂਦੇ ਰਹੇ। ਸੋ ਉਹਨਾਂ ਨੇ ਜਿਵੇਂ ਚਾਹਿਆ ਇਹਨਾਂ ਸੰਸਥਾਵਾਂ ਨੂੰ ਵਰਤਿਆ। ਸਣੇ ਐਸਜੀਪੀਸੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜਥੇਦਾਰ, ਉੱਥੇ ਇਹ ਸੰਸਥਾਵਾਂ ਕਮਜ਼ੋਰ ਹੋ ਗਈਆਂ। ਜਦੋਂ ਮੈਂ ਕਹਿੰਦਾ ਕਿ ਇਹਨਾਂ ਨੂੰ ਆਪਣੇ ਰੋਲ ਡਿਫਾਈਨ ਕਰਨੇ ਚਾਹੀਦੇ, ਮੈਂ ਤਦੇ ਕਹਿ ਰਿਹਾ ਵੀ ਇਸ਼ੂ ਸਿਧਾਂਤਕ ਹੈ, ਪਹਿਲਾਂ ਫੈਸਲਾ ਸਿਧਾਂਤ ਦਾ ਕਰੋ। ਇਹ ਨਹੀਂ ਵੀ ਕਿਸੇ ਤੋਂ ਤੁਸੀਂ
ਪੁੱਛ ਕੇ ਫੈਸਲੇ ਲੈਣੇ ਆ। ਬਰਗਾੜੀ ਵੇਲੇ ਵੀ ਇਹੀ ਹੋਇਆ ਸੀਗਾ। ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਸੀਐਮ ਦੇ ਘਰ ਜਥੇਦਾਰ ਆਪਣੀ ਮੀਟਿੰਗ ਕਰ ਰਹੇ ਹੋਣ। ਉਹਦਾ ਅੱਜ ਤੱਕ ਤਾਂ ਜਵਾਬ ਮਿਲਿਆ ਨਹੀਂ। ਨਾ ਬਾਦਲ ਸਾਹਿਬ ਨੇ ਕਦੇ ਜਵਾਬ ਦਿੱਤਾ ਵੀ ਉਹਨਾਂ ਨੇ ਇਹਨਾਂ ਨੂੰ ਕਿਉਂ ਸਮਨ ਕੀਤਾ, ਤੇ ਇਹਨਾਂ ਨੇ ਵੀ ਕਦੇ ਜਵਾਬ ਨਹੀਂ ਦਿੱਤਾ। ਉਦੋਂ ਜਥੇਦਾਰ ਗੁਰਬਚਨ ਸਿੰਘ ਸੀਗੇ ਵੀ ਤੁਸੀਂ ਇੰਨੇ ਕਿਉਂ ਗਿਰ ਗਏ। ਪਰ ਸਵਾਲ ਹੈ ਭਾਈ, ਜਿਹੜੇ ਜਥੇਦਾਰ ਹੁਣ ਨਹੀਂ, ਮੈਂ ਮੌਜੂਦਾ ਨੇ। ਗੱਲ ਪੂਰੀ ਕਰਦੇ ਹਾਂ। ਜੀ ਜੀ ਜਦੋਂ ਜੀ ਗਿਰਾਵਟ ਦੀ ਗੱਲ ਕਰਦੇ ਆ, ਇਹਨਾਂ ਦੇ ਉਸ ਗਲਤ ਐਕਸ਼ਨ ਨੂੰ ਐਸਜੀਪੀਸੀ ਨੇ 90 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਡਿਫੈਂਡ ਕੀਤਾ ਸੀ। ਬਿਲਕੁਲ ਜੀ ਬਿਲਕੁਲ। ਸੋ ਆਲ ਰਾਉਂਡ ਗਿਰਾਵਟ ਆਈ ਹੈ, ਉਹ ਧਿਆਨ ਚ ਰੱਖਣਾ ਚਾਹੀਦਾ। ਅੱਛਾ, ਸਵਾਲ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਸਾਹਿਬ ਦਾ ਕਿ ਪਹਿਲਾਂ ਤੇ ਪੰਜਾਬ ਸਰਕਾਰ ਨੇ ਸਿਕਿਉਰਿਟੀ ਕਟੌਤੀ ਕੀਤੀ ਜਾਂ ਘਟਾਈ ਜਾਂ ਵਾਪਸ ਲੈ ਲਈ। ਉਸ ਤੋਂ ਬਾਅਦ ਸਰਕਾਰ ਨੂੰ ਲੱਗਾ ਕਿ ਗਲਤੀ ਕਰ ਬੈਠੇ, ਸਰਕਾਰ ਨੇ ਸਿਕਿਉਰਿਟੀ ਵਾਪਸ ਭੇਜਤੀ, ਉਹਨਾਂ ਨੇ ਲਈ ਨਹੀਂ। ਹੁਣ ਸੈਂਟਰ ਬੀਜੇਪੀ ਸਰਕਾਰ ਆ, ਉਹ ਸਿਕਿਉਰਿਟੀ ਦੇਣ ਨੂੰ ਤਿਆਰ ਨੇ। ਇਹ ਮਾਇਨੇ ਸਮਝਾ ਦਿਓ ਕਿ ਆਪ ਵਾਲੇ ਕੀ ਚਾਹੁੰਦੇ, ਤੇ ਜਾਂ ਹੁਣ ਸੈਂਟਰ ਜਿਹੜੀ ਬੀਜੇਪੀ ਆ ਉਹ ਸਿੱਖਾਂ ਨੂੰ, ਸਿੱਖ ਲੀਡਰਾਂ ਨੂੰ ਨਾਲ ਜੱਫੀਆਂ ਪਾ ਰਹੀ ਆ, ਗੱਲ 'ਚ ਲੈ ਰਹੀ ਆ ਜੀ। ਦੇਖੋ, ਲੜਾਈ ਹੁਣ ਬੜੀ ਸਿੱਧੀ ਜੀ ਬਣ ਗਈ ਬੀਜੇਪੀ ਤੇ ਆਪ ਦੀ ਜੀ। ਹੁਣ ਤੱਕ ਤਾਂ ਬੀਜੇਪੀ ਨੂੰ ਲੱਗਦਾ ਸੀ ਕਿ ਉਹਨਾਂ ਦੀ ਹੀ ਬੀ ਟੀਮ ਹੈ। ਲੱਗਣਾ ਵੀ ਕੀ ਹੈ, ਕਿਉਂਕਿ ਜਿੱਥੋਂ ਇਹਨਾਂ ਦੀ ਪੈਦਾਇਸ਼ ਹੈ ਆਪ ਦੀ, ਉਹ ਤਾਂ ਬੀ ਟੀਮ ਵਾਲੀ ਗੱਲ ਹੀ ਸੀ। ਜੀ ਜੀ। ਲੇਕਿਨ ਹੁਣ ਪੋਜ਼ ਇਹ ਚੈਲੰਜ ਕਰ ਰਹੇ ਆ ਮੋਦੀ ਜੀ ਨੂੰ ਤੇ ਬੀਜੇਪੀ ਨੂੰ। ਜੀ। ਜਦੋਂ ਚੈਲੰਜ ਪੋਜ਼ ਕਰਤਾ ਆਪ ਨੇ ਪੰਜਾਬ ਵਿੱਚ ਇੰਨੇ ਮੈਂਡੇਟ ਨਾਲ ਸਰਕਾਰ ਬਣਾ ਕੇ, ਤੇ ਹੁਣ ਹਿਮਾਚਲ ਵੱਧ ਰਹੇ ਹੈ, ਉੱਥੇ ਬੀਜੇਪੀ ਦੀ ਗੌਰਮੈਂਟ ਹੈ, ਤੇ ਨੈਚੁਰਲੀ ਇਹਨਾਂ ਦੀ ਹੁਣ ਜਿਹੜੀ ਸਿਆਸੀ ਲੜਾਈ ਹੈ ਉਹ ਤਿੱਖੀ ਹੋਏਗੀ। ਤੇ ਉਹ ਅਖਾੜਾ ਬਸ ਛੋਟੀ ਜਿਹੀ ਗੱਲ ਤੇ ਪੰਜਾਬ ਬਣ ਗਿਆ ਸਿਕਿਉਰਿਟੀ ਵਾਲੇ ਮਾਮਲੇ ਤੇ। ਇਹ ਸਿੱਖਾਂ ਨੂੰ ਪੰਜਾਬ ਵਿੱਚੋਂ ਨਾਲ ਲੈਣ ਦੀ ਕੋਸ਼ਿਸ਼ ਬੀਜੇਪੀ ਹੁਣ ਲਗਾਤਾਰ ਕਰ ਰਹੀ ਹੈ। ਉਹਦਾ ਬਹੁਤ ਬਰਾਡਰ ਪਰਸਪੈਕਟਿਵ ਹੈ, ਉਹ ਕੋਈ ਛੋਟੀ ਜਿਹੀ ਗੱਲ ਨਹੀਂ। ਕਿਉਂਕਿ ਜਿਹੜੀ ਬੀਜੇਪੀ ਦੀ ਐਂਟੀ ਮੁਸਲਿਮ ਪਾਲਿਸੀ ਹੈ, ਉਹਦੇ ਵਿੱਚੋਂ ਇਹਨਾਂ ਦੀ ਲੋੜ ਹੈ ਕਿ ਸਿੱਖਾਂ ਵਰਗੀ ਮਾਈਨੋਰਿਟੀ ਨੂੰ ਆਪਣੇ ਨਾਲ ਰੱਖਿਆ ਜਾਵੇ। ਉਹ ਸਿੱਖ ਤਾਂ ਵੈਸੇ ਵੀ ਤਿਆਰ ਬੈਠੀ ਹੈ ਬੀਜੇਪੀ ਨਾਲ ਰਲਣ ਵਾਸਤੇ। ਇੰਨੇ ਸਾਲ ਤੋਂ ਅਲਾਇੰਸ ਰਹੀ ਅਕਾਲੀ ਦਲ ਦੀ, ਤਿਆਰ ਕੀ ਹੋਣਾ। 1996 ਤੋਂ ਅਕਾਲੀ ਦਲ ਦੀ ਅਲਾਇੰਸ ਬੀਜੇਪੀ ਨਾਲ ਹੈ। ਹੁਣ ਅਕਾਲੀ ਦਲ ਪਾਸੇ ਹੋ ਗਿਆ, ਸਿੱਖਾਂ ਦੀ ਇੱਕ ਨਵੀਂ ਧਿਰ ਅਲਾਇੰਸ ਕਰਨ ਨੂੰ ਤਿਆਰ ਬੈਠੀ ਹੈ। ਤਾਂ ਲੱਗਦਾ ਕਿ ਇਹਨਾਂ ਦੀ ਕਸ਼ਮਕਸ਼ ਚੱਲ ਰਹੀ ਹੈ ਆਪਸ ਦੇ ਵਿੱਚ। ਤੁਹਾਨੂੰ ਲੱਗਦਾ ਕਿ ਬੀਜੇਪੀ ਇਹ ਸਮਝ ਚੁੱਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਸਿੱਖ ਖਫਾ ਆ ਉਹ ਵੀ ਸਾਡੇ ਕੋਲ ਆ ਜਾਊਗਾ, ਜਿਹੜਾ ਕਾਂਗਰਸ ਪਾਰਟੀ ਨਾਲੋਂ ਸਿੱਖ ਖਫਾ ਹੋਇਆ ਉਹ ਵੀ ਸਾਡੇ ਕੋਲ ਆ ਜਾਊਗਾ, ਬਾਕੀ ਵੀ ਜਿਹੜੇ ਨਿਊਟਰਲ ਸਿੱਖ ਨੇ ਉਹ ਵੀ ਸਾਡੇ ਕੋਲ ਆਲਰੇਡੀ ਆ ਚੁੱਕੇ ਨੇ। ਤੇ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਿੱਧੀ ਲੜਾਈ ਆ ਉਹ ਬੀਜੇਪੀ ਨਾਲ ਹੋਏਗੀ, ਨਾ ਕਿ ਕਾਂਗਰਸ ਪਾਰਟੀ, ਨਾ ਕਿ ਸ਼੍ਰੋਮਣੀ ਅਕਾਲੀ ਦਲ। ਨਹੀਂ, ਬੀਜੇਪੀ ਪੰਜਾਬ ਦੇ ਵਿੱਚ ਇਸ ਪੋਜੀਸ਼ਨ ਦੇ ਵਿੱਚ ਨਹੀਂ ਆ ਸਕਦੀ ਕਿ ਕਿਸੇ ਹੋਰ ਪਾਰਟੀ ਨੂੰ ਇੰਡੀਪੈਂਡੈਂਟਲੀ ਥ੍ਰੈਟ ਪੋਜ਼ ਕਰ ਸਕੇ। ਜੀ। ਮੇਰਾ ਆਪਣਾ ਵਿਊ ਹੈ ਜੀ। ਇਹਦੀਆਂ ਜੜ੍ਹਾਂ ਲੱਗ ਹੀ ਨਹੀਂ ਸਕਦੀਆਂ। ਬੀਜੇਪੀ ਕਲਚਰਲ ਲੈਵਲ ਤੇ ਆ ਕੇ ਪੰਜਾਬ ਨਾਲ ਆਇਡੈਂਟੀਫਾਈ ਨਹੀਂ ਕਰ ਸਕਦੀ, ਜੋ ਮਰਜ਼ੀ ਕਹੀ ਜਾਣ, ਲੇਕਿਨ ਉਹ ਸਾਝ ਨਹੀਂ ਇਹਨਾਂ ਦੀ। ਜਿਹੜੇ ਤੁਸੀਂ ਕਿਹਾ ਵੀ ਸਿੱਖ ਨਾਰਾਜ਼ ਹੋਏ ਕਾਂਗਰਸ ਤੋਂ, ਜਿਹੜੇ ਅਕਾਲੀ ਦਲ ਤੋਂ, ਮੈਂ ਕਹਿੰਦਾ ਆਪ ਤੋਂ ਵੀ ਉਹ ਵੀ ਨਾਰਾਜ਼ ਮੰਨ ਲਓ, ਹੋਣੇ ਸ਼ੁਰੂ ਹੋ ਗਏ। ਜਿਹੜੇ ਪਿਛਲੇ 2-3 ਦਿਨ ਤੋਂ ਘਟਨਾਵਾਂ ਹੋ ਰਹੀਆਂ ਉਹਦੇ ਚ ਆਪ ਤੋਂ ਵੀ ਲੋਕ ਨਾਰਾਜ਼ ਹੋ ਰਹੇ ਆ। ਪਰ ਕੀ ਇੱਕ ਨਾਰਾਜ਼ ਸਿੱਖਾਂ ਦਾ ਗਰੁੱਪ ਲੈ ਕੇ, ਜਾਂ ਐਂਬੀਸ਼ੀਅਸ ਸਿੱਖਾਂ ਦਾ ਧੜਾ ਲੈ ਕੇ, ਜਾਂ ਉਹ ਲੋਕ ਜਿਹੜੇ ਕਿਸੇ ਵੇਲੇ ਐਕਟਿਵ ਸੀ ਤੇ ਮੁੜ ਕੇ ਫੇਜ਼ ਆਊਟ ਹੋ ਗਏ, ਹੁਣ ਉਹ ਲੋਕ ਬਹੁਤ ਬੀਜੇਪੀ ਜਾ ਰਹੇ ਜਿਨ੍ਹਾਂ ਨੂੰ ਸਪੇਸ ਮਿਲ ਗਈ। ਮੈਂ ਨਾਂ ਨਹੀਂ ਲੈਣੇ ਕਿਸੇ ਦੇ ਵੀ, ਜਿਨ੍ਹਾਂ ਦੀ ਗ੍ਰਾਸ ਰੂਟ ਤੇ ਕੋਈ ਅਹਿਮੀਅਤ ਨਹੀਂ। ਕਿਸੇ ਵੇਲੇ ਨਾ ਸੀ, ਬਟ ਅਦਰਵਾਈਜ਼ ਜਿਹੜੀ ਪੋਲੀਟੀਕਲ ਡਾਇਨਾਮਿਕਸ ਹੈ ਉਹਦੇ 'ਚ ਉਹਨਾਂ ਦਾ ਕੋਈ ਰੋਲ ਨਹੀਂ ਸੀਗਾ। ਉਹਨਾਂ ਦੇ ਜਾਣ ਨਾਲ ਬੀਜੇਪੀ ਦੇ ਕੋਲੇ ਕੋਈ ਸਿੱਖਾਂ ਦਾ ਗਰੁੱਪ, ਕੋਈ ਜਿਹਦੀ ਰੂਟਸ ਹੋਵੇ, ਉਹ ਤਿਆਰ ਨਹੀਂ ਹੁੰਦਾ। ਇਸ ਕਰਕੇ ਬੀਜੇਪੀ ਵੀ ਇਸ ਵਹਿਮ ਦੇ ਵਿੱਚ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਫਾਈਟ ਦੇ ਸਕਦੇ। ਮੇਰੇ ਖਿਆਲ 'ਚ ਆਪਣੇ ਆਪ ਤੇ ਉਹ ਫਾਈਟ ਨਹੀਂ ਦੇ ਸਕਦੇ। ਹਾਂ, ਆਪ ਨਾਲ ਉਹਨਾਂ ਦਾ ਟਕਰਾਅ ਜ਼ਰੂਰ ਹੈ। ਉਹਦੇ ਵਿੱਚ ਅਮਿਤ ਸ਼ਾਹ ਜੀ ਨੇ ਜਥੇਦਾਰ ਜੀ ਨੂੰ ਨਾਲ ਲੈਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਲੱਗਦਾ ਹੈ ਕਿ ਜਿਹੜਾ ਸਿਕਿਉਰਿਟੀ ਵਾਲਾ ਮਸਲਾ ਏਡਾ ਇੱਕ ਹੋਸ਼ਾਪਨ ਜਿਹਾ ਕਿ ਜਥੇਦਾਰ ਨੂੰ ਸਿਕਿਉਰਿਟੀ ਦੇ ਦਿਓ ਤੇ ਪੂਰਾ ਸਿੱਖ ਸਾਡੇ ਨਾਲ ਆ ਜਾਊਗਾ ਜੀ। ਜੇ ਸਿੱਖ ਜਥੇਦਾਰ ਨਾਲ ਹੀ ਨਹੀਂ ਹੈ, ਗੱਲ ਤੇ ਹੈ ਕਿ ਜਥੇਦਾਰ ਜੀ ਸਾਡੇ ਸਿੱਖਾਂ ਦੇ ਲੀਡਰ ਹੈਗੇ, ਕਮਾਂਡ ਕਰਦੇ ਆ,
ਅਹੁਦਾ ਹੈਗਾ, ਉਹ ਗੱਲ ਵੱਖਰੀ ਹੈ, ਪਰ ਲੀਡਰ ਨਹੀਂ ਹੈ। ਲੀਡਰ ਦਾ ਲਾਸਟ ਜੇ ਤੁਸੀਂ ਪੰਥਕ ਮੋੜ ਦੇ ਲੀਡਰ ਲੈਣੇ ਹੈ ਤਾਂ ਅਖੀਰਲਾ ਤੇ ਆਪਣੇ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ ਤਾਂ ਗੁਰਚਰਨ ਸਿੰਘ ਟੌਹੜਾ ਲੀਡਰ ਸੀਗੇ ਪੰਥਕ ਮੋੜ ਦੇ ਲਾਸਟ ਉਹ ਸੀਗੇ। ਉਸ ਤੋਂ ਪਹਿਲਾਂ ਜਥੇਦਾਰ ਤਲਵੰਡੀ, ਅਕਾਲ ਤਖਤ ਦੇ ਜਥੇਦਾਰ ਗੁਰਦਿਆਲ ਸਿੰਘ ਜਦੋਂ ਇਹ ਸਾਰੇ ਲੋਕ ਪੰਥਕ ਸਟਰੀਮ ਦੇ ਲੀਡਰ ਸੀਗੇ, ਔਰ ਅਖੀਰਲੀ ਸਟਰੀਮ ਦੇ ਵਿੱਚ ਉਹ ਟੌਹੜਾ ਸਾਹਿਬ ਸੀਗੇ। ਹੁਣ ਤਾਂ ਇਹ ਪੰਥਕ ਹੈ ਹੀ ਨਹੀਂ, ਜਥੇਦਾਰ ਵੀ ਮਤਲਬ ਉਸ ਕੈਟੇਗਰੀ 'ਚ ਨਹੀਂ ਆਉਂਦੇ, ਕਿਉਂਕਿ ਇਹ ਡਾਇਰੈਕਸ਼ਨ ਹੋਰ ਪਾਸੋਂ ਲੈਂਦੇ ਆ। ਜੇ ਤਾਂ ਪੰਥ ਨੂੰ ਡਾਇਰੈਕਸ਼ਨ ਲੈਂਦੇ, ਪੰਥ ਦੇ ਲੀਡਰ ਹੁੰਦੇ, ਫਿਰ ਗੱਲ ਹੋਰ ਸੀ। ਇਹ ਵਹਿਮ ਜੇ ਕਿਸੇ ਨੇ ਪਾਲਿਆ ਹੋਇਆ ਵੀ ਜਥੇਦਾਰ ਅਕਾਲ ਤਖਤ ਸਿੱਖ ਪੰਥ ਦੇ ਲੀਡਰ ਹੈਗੇ ਆ, ਤਾਂ ਇਸ ਵਹਿਮ 'ਚ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਪਰ ਜਥੇਦਾਰ ਸਾਹਿਬ ਦੀਆਂ ਬੀਜੇਪੀ ਦੇ ਨੇਤਾ ਵਿਜੇ ਸਾਂਪਲਾ ਹੋ ਗਏ, ਜਾਂ ਇੱਥੋਂ ਤੱਕ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਬੰਦ ਕਮਰੇ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਜੀ। ਨਹੀਂ, ਮੀਟਿੰਗਾਂ ਹੋਣਾ ਕੋਈ ਮਾੜੀ ਗੱਲ ਨਹੀਂ। ਜੇ ਤੁਸੀਂ ਕਹਿੰਦੇ ਵੀ ਸਾਡੇ ਪੰਥ ਦੇ ਲੀਡਰ ਹੈਗੇ ਹੈ ਤੇ ਇੰਟਰੈਕਸ਼ਨ ਹੋਣਾ ਕਿਹੜੀ ਮਾੜੀ ਗੱਲ ਹੈ। ਆਫਟਰ ਆਲ ਇਸ ਹਿੰਦੁਸਤਾਨ ਦਾ ਹਿੱਸਾ ਹੈਗੇ ਹੈ, ਰਹਿਣਾ ਤਾਂ ਇੱਥੇ ਹੀ ਹੈ, ਤੇ ਉਹਦੇ ਵਿੱਚ ਜੇ ਸਿੱਖਾਂ ਦੀਆਂ ਕੋਈ ਸਮੱਸਿਆਵਾਂ ਹੈਗੀਆਂ ਤੇ ਇਸ ਇੰਸਟੀਟਿਊਸ਼ਨ ਨੇ, SGPC ਨੇ ਤੇ ਅਕਾਲੀ ਦਲ ਨੇ ਟੇਕ ਅਪ ਕਰਨਗੇ। ਉਹਦੇ ਵਾਸਤੇ ਮਿਲਣਾ ਕੋਈ ਮਾੜਾ ਨਹੀਂ, ਇਹ ਪਹਿਲਾਂ ਵੀ ਹੁੰਦਾ ਰਿਹਾ। ਜਦੋਂ ਪੂਰੀ ਲੜਾਈ ਸਿਖਰ ਤੇ ਕਾਂਗਰਸ ਦੀ ਤੇ ਅਕਾਲੀ ਦਲ ਦੀ ਕਿਸੇ ਵੇਲੇ ਸੀ, ਉਸ ਵੇਲੇ ਵੀ ਇਸ਼ੂਸ ਨੂੰ ਲੈ ਕੇ ਇਹ ਮੀਟਿੰਗਾਂ ਹੋਇਆ ਕਰਦੀਆਂ ਸੀਗੀਆਂ। ਸੋ ਇਹ ਕੋਈ ਨਵੀਂ ਗੱਲ ਨਹੀਂ, ਹੋਣੀ ਚਾਹੀਦੀ ਹੈ। ਸੰਗਰੂਰ ਦੀ ਬਾਈ ਇਲੈਕਸ਼ਨ ਲੈ ਕੇ ਅਕਾਲੀ ਦਲ ਨੂੰ ਝਟਕਾ ਜਿਹਾ ਲੱਗਾ, ਪੰਥਕ ਧਿਰਾਂ ਨੂੰ ਝਟਕਾ ਲੱਗਾ ਕਿ ਬਲਵੰਤ ਸਿੰਘ ਰਾਜੋਆਣੇ ਦੀ ਭੈਣ ਕਮਲਦੀਪ ਕੌਰ ਨੇ ਨਾਂਹ ਕਰਤੀ ਹੈਗੀ ਹੈ। ਤਾਂ ਲੱਗਦਾ ਕਿ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਕੇ, ਜਾਂ ਹੁਣ ਚਰਚਾ ਹੈ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਸਿੱਧੂ ਨੂੰ ਤਾਰਿਆ ਜਾਵੇ ਮੈਦਾਨ 'ਚ ਆਮ ਆਦਮੀ ਪਾਰਟੀ ਦੇ ਖਿਲਾਫ। ਨਹੀਂ, ਮੈਨੂੰ ਤਾਂ ਹੁਣ ਇਹ ਨਹੀਂ ਸਮਝ ਆ ਰਹੀ ਭੁੱਲਰ ਸਾਹਿਬ ਵੀ ਇਹ ਪੰਥਕ ਧਿਰਾਂ ਹੈ ਕੀ ਜੀ। ਕੋਈ 50 ਕੋਈ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਪੰਥਕ ਹੈ। ਜੀ ਜੀ। ਦੋ ਬੰਦੇ ਇਕੱਠੇ ਹੁੰਦੇ ਆ, ਉਹ ਆਪਣੇ ਆਪ ਨੂੰ ਪੰਥ ਡਿਕਲੇਅਰ ਕਰ ਦਿੰਦੇ ਆ। ਜੀ ਜੀ। ਜਦੋਂ ਵੋਟਾਂ 'ਚ ਖੜੇ ਹੁੰਦੇ ਆ, SGPC ਦਾ ਪੈਮਾਨਾ ਲੈ ਲਓ, ਵੋਟਾਂ ਗਿਣਤੀ ਦੀਆਂ ਨਿਕਲਦੀਆਂ। ਇਹ ਕਿਹੜੇ ਪੰਥ ਦੀ ਗੱਲ ਕਰ ਰਹੇ ਆ ਤੇ ਕਿਹਨਾਂ ਦੇ ਨੁਮਾਇੰਦੇ ਆ, ਕਿਹੜੀ ਸਿਆਸਤ ਇਹ ਕਰਦੇ ਆ। ਅੱਜ ਵੀ ਮੈਂ ਦੇਖਿਆ ਵੀ ਜਦੋਂ ਉਹਨਾਂ ਨੇ ਸਟੇਟਮੈਂਟ ਆਈ ਹੈ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਨ੍ਹਾਂ ਨੇ ਖੜਾ ਕੀਤਾ ਸੀ ਪਹਿਲਾਂ ਉਹਨਾਂ ਨੇ ਕਿਹਦੇ ਕਹਿਣ ਤੇ ਖੜਾ ਕੀਤਾ ਸੀ। ਹੁਣ ਕਿਹਾ ਜਾਂਦਾ ਵੀ ਦਮਦਮੀ ਟਕਸਾਲ ਵਾਲੇ ਜਿਨ੍ਹਾਂ ਨੇ ਖੜਾ ਕੀਤਾ ਸੀ ਉਹ ਸੁਖਬੀਰ ਸਿੰਘ ਬਾਦਲ ਨਾਲ ਵੀ ਉਹਨਾਂ ਦੀ ਸਾਂਝ ਹੈਗੀ ਹੈ। ਸੋ ਇਹ ਕਈ ਵਿੱਚੋਂ ਰੌਲੇ ਕੋਲੇ ਜੀ ਹੈ, ਲੇਕਿਨ ਪਹਿਲਾਂ ਡਿਫਾਈਨ ਕਰੋ ਪੰਥ ਦਾ ਸਿਰਫ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹੋਇਆ ਕਰਦਾ ਸੀ। ਹੁਣ ਕਿੰਨੀਆਂ ਧਿਰਾਂ ਹੈ ਜਿਹਦੀਆਂ ਕਹਿੰਦੇ ਪੰਥਕ ਹੈ, ਲੇਕਿਨ ਗ੍ਰਾਸ ਰੂਟ ਤੇ ਤਾਂ ਉਹਦਾ ਕਿਸੇ ਦਾ ਕੋਈ ਬੇਸ ਹੀ ਹੈ ਨਹੀਂ। ਅੱਛਾ, ਇੱਕ ਆਖਰੀ ਸਵਾਲ ਹੈ ਜੀ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਵੀ ਮੰਗ ਰੱਖਤੀ, ਤੇ ਨਾਲ ਦੀ ਨਾਲ ਸਰਦਾਰਾ ਸਿੰਘ ਜੌਹਲ ਨੇ ਵੀ ਰੱਖਤੀ ਕਿ ਸਰਬਸੰਮਤੀ ਦੇ ਨਾਲ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਜਿਹੜੇ ਬਲਕੌਰ ਸਿੰਘ ਸਿੱਧੂ ਨੇ, ਉਹਨਾਂ ਨੂੰ ਲੋਕ ਸਭਾ ਵਾਸਤੇ ਉਤਾਰ ਦੇਣਾ ਚਾਹੀਦਾ। ਤਾਂ ਲੱਗਦਾ ਕਿ ਸਰਦਾਰਾ ਸਿੰਘ ਜੌਹਲ ਵਰਗੇ ਵੀ ਇਦਾਂ ਦਾ ਬਿਆਨ ਉਹਨਾਂ ਦਾ ਦੇਣਾ ਕਿੰਨਾ ਕੀ ਵਾਜਬ ਆ? ਇੱਕ ਪੋਲੀਟੀਸ਼ੀਅਨ ਦੇ ਸਕਦਾ, ਪੋਲੀਟੀਸ਼ੀਅਨ ਦੇ ਸਕਦਾ ਕਿ ਜਜ਼ਬਾਤਾਂ ਦੇ ਨਾਲ ਖੇਡਿਆ ਜਾਵੇ, ਪਰ ਸਰਦਾਰਾ ਸਿੰਘ ਜੌਹਲ ਵਰਗੀ ਹਸਤੀ ਜੀ। ਸਰਦਾਰ ਸਿੰਘ ਜੌਹਲ ਕਿਸੇ ਵੇਲੇ ਇਕੋਨੋਮਿਸਟ ਸੀ, ਜਿਨ੍ਹਾਂ ਦੇ ਆਈਡੀਆ ਵੀ ਆਊਟਡੇਟਡ ਅੱਜ ਦੇ ਜ਼ਮਾਨੇ ਦੇ ਵਿੱਚ ਜੀ। ਉਹਨਾਂ ਨੇ ਪੋਲੀਟੀਕਲ ਸਪੇਸ ਲੈਣ ਦੀ ਕੋਸ਼ਿਸ਼ ਕੀਤੀ, ਉਹਦੇ 'ਚ ਕਾਮਯਾਬ ਨਹੀਂ ਹੋਏ। ਸਰਦਾਰਾ ਸਿੰਘ ਜੌਹਲ ਦੀ ਕੀ ਫਾਲੋਇੰਗ ਹੈ ਮੈਨੂੰ ਕਿਹੜਾ ਪਤਾ, ਮੇਰੇ ਤੋਂ ਬਹੁਤ ਵੱਡੀ ਉਮਰ ਦੇ ਹੈਗੇ ਹੈ, ਲੇਕਿਨ ਜਦੋਂ ਉਹ ਗੱਲ ਕਰਦੇ ਹੈ ਤੇ ਉਹਦੀ ਇੱਕ ਮੀਨਿੰਗ ਹੁੰਦੀ ਹੈ। ਹੁਣ ਜਿਹੜੀ ਗੱਲ ਰਾਜਾ ਵੜਿੰਗ ਨੇ ਕੀਤੀ ਹੈ, ਮੈਂ ਬੜਾ ਇਸ ਗੱਲ ਤੇ ਕਲੀਅਰ ਹੈ ਕਿ ਇਹਨਾਂ ਲੋਕਾਂ ਨੂੰ ਇਹਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਇੱਕ ਪਰਸਨਲ ਟ੍ਰੈਜਡੀ ਹੈ ਜੀ, ਤੇ ਉਹਦੇ 'ਚੋਂ ਕੋਈ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰੇ, ਕੋਸ਼ਿਸ਼ ਇਹ ਲੋਕ ਕਰਦੇ ਆ, ਮੇਰੇ ਖਿਆਲ ਦੇ ਵਿੱਚੋਂ ਗਲਤ ਹੈ। ਪਰ ਇੱਕ ਕਾਂਗਰਸ ਪਾਰਟੀ ਜਾਂ ਪੋਲੀਟੀਕਲ ਪਾਰਟੀਆਂ ਤੇ ਕਰ ਸਕਦੀਆਂ ਜੀ, ਸਿਆਸੀ ਰੋਟੀਆਂ ਸੇਕ ਸਕਦੇ ਜੀ, ਉਹ ਸਿਵਿਆਂ ਤੇ ਸੇਕਣਗੇ ਜੀ, ਪਰ ਸਰਦਾਰਾ ਸਿੰਘ ਜੌਹਲ ਨੂੰ ਕੀ ਲੋੜ ਪੈ ਗਈ ਜੀ? ਇਹ ਤਾਂ ਜਵਾਬ ਉਹੀ ਦੇ ਸਕਦੇ ਹੈ ਕਿ ਆਪਾਂ ਦੂਜਾ ਐਸਪੈਕਟ ਨਹੀਂ, ਮੈਂ ਪੂਰੀ ਗੱਲ ਦੂਜਾ ਐਸਪੈਕਟ ਇਹ ਵੀ ਹੈ ਕਿ ਖੁਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਘੱਟ ਦੀ ਜਿਹੜੀ ਹਾਰ ਸੀ ਉਹ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮਾਰਜਨ ਨਾਲ ਹੋਈ ਸੀ ਜੀ। ਉਹ ਵੋਟ ਖਿੱਚਣ ਦੇ ਆਈਕਨ ਨਹੀਂ ਸੀ, ਉਹ ਯੂਥ ਆਈਕਨ ਸੀ ਜੀ ਕਿਸੇ ਵੇਲੇ। ਹੁਣ ਠੀਕ ਹੈ, ਉਹਨਾਂ ਦੇ ਨਾਂ ਤੇ ਵੋਟਾਂ ਪੈ ਸਕਦੀਆਂ, ਉਹ ਗੱਲ ਵੱਖਰੀ ਹੈ, ਲੇਕਿਨ ਉਹਨਾਂ ਦੇ ਨਾਂ ਤੇ ਸਿਆਸੀ ਰੋਟੀਆਂ ਨਹੀਂ ਸਿੱਕਣੀਆਂ ਚਾਹੀਦੀਆਂ। ਚਲੋ ਭਾਈ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ।
ਬਿਲਕੁਲ, ਜਿੱਥੋਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿਕਿਉਰਿਟੀ ਨੂੰ ਲੈ ਕੇ ਬੀਜੇਪੀ ਨੇ ਵੀ ਉਹਨਾਂ ਨੂੰ ਸਿਕਿਉਰਿਟੀ ਦੇਣ ਦਾ ਐਲਾਨ ਕਰ ਦਿੱਤਾ, ਪਰ ਉਹਨਾਂ ਦਾ ਨਿੱਜੀ ਫੈਸਲਾ ਲੈਂਦੇ ਕਿ ਨਹੀਂ ਲੈਂਦੇ, ਜੇ ਲੈਂਦੇ ਨੇ ਤੇ ਤਦ ਵੀ ਧਰਮ ਸੰਕਟ 'ਚ ਆ, ਇਹ ਹੁਣ ਉਹਨਾਂ ਦੇਖਣਾ ਗਾ। ਪਰ ਜਿੱਥੋਂ ਤੱਕ ਹੁਣ ਸਰਦਾਰਾ ਸਿੰਘ ਜੌਹਲ ਹੋਣਾ ਦਾ ਬਿਆਨ ਆ ਗਿਆ ਕਿ ਸਾਰਿਆਂ ਨੂੰ ਰਲ ਮਿਲ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਸੰਗਰੂਰ ਬਾਈ ਇਲੈਕਸ਼ਨ 'ਚ ਉਤਾਰ ਦੇਣਾ ਚਾਹੀਦਾ। ਇੱਕ ਸਿਆਸੀ ਪਾਰਟੀ ਦਾ ਸਿਆਸੀ ਲੀਡਰ ਦੀ ਤੇ ਭੁੱਖ ਹੋ ਸਕਦੀ, ਉਹ ਤੇ ਕਿਸੇ ਦੇ ਸਿਵਿਆਂ ਦੇ ਨਾਲ ਖੇਡ ਸਕਦੇ ਨੇ, ਸਿਆਸਤ ਕਰ ਸਕਦੇ। ਸਰਦਾਰਾ ਸਿੰਘ ਜੌਹਲ ਜਿਨ੍ਹਾਂ ਦੇ ਇੱਕ ਆਪਣੇ ਆਪ 'ਚ ਇੱਕ ਵੱਡਾ ਨਾਮ, ਕੀ ਉਹਨਾਂ ਨੂੰ ਅਜਿਹੇ ਬਿਆਨ ਦਾਗਣੇ ਸ਼ੋਭਾ ਦਿੰਦੇ ਨੇ? ਇਹ ਪੰਜਾਬ ਦੀ ਜਨਤਾ ਜਲਦ ਫੈਸਲਾ ਕਰ ਲਏਗੀ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।